ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨਾਂ ਨਾਲ ਜੁੜੀਆਂ ਵੱਖ-ਵੱਖ ਪਰਤਾਂ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਉੱਥੇ ਹੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀ ਉਹ ਦਿਨ ਪ੍ਰਤੀ ਦਿਨ ਭਖਦਾ ਜਾ ਰਿਹਾ ਹੈ। ਉਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ੍ਹ ਪੰਜਾਬ ਦੀਆਂ 31 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਗੇ। ਅਸੀਂ ਜਾਣਨਾ ਚਾਹਾਂਗੇ, ਪੰਜਾਬ ਸਰਕਾਰ ਨੇ ਪਹਿਲਾਂ ਵੀ ਵਿਧਾਨ ਸਭਾ ਸੈਸ਼ਨ 'ਚ ਖੇਤੀ ਆਰਡੀਨੈਂਸਾਂ ਖਿਲਾਫ ਮਤਾ ਪਾਇਆ ਸੀ, ਉਸ ਮਤੇ ਦਾ ਕੀ ਬਣਿਆ ਅਤੇ ਇਹ ਨਵੇਂ ਆਰਡੀਨੈਂਸ ਖੇਤੀ ਕਾਨੂੰਨਾਂ ਖਿਲਾਫ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਸਾਬਤ ਹੋਣਗੇ? ਬਿਲਕੁਲ, ਇਹ ਕਾਨੂੰਨ ਬਣ ਚੁੱਕੇ ਨੇ ਹੁਣ, ਅਤੇ ਕਾਨੂੰਨ ਦੇ ਖਿਲਾਫ ਇੱਕ ਲੰਮੀ ਜੱਦੋ-ਜਹਿਦ ਦਾ ਸਵਾਲ ਇਸ ਲੈਵਲ 'ਤੇ ਹੈਗਾ। ਕਿਸਾਨ ਜਥੇਬੰਦੀਆਂ ਨੇ 1 ਅਕਤੂਬਰ ਤੋਂ ਰੇਲਾਂ ਅਣਮਿੱਥੇ ਸਮੇਂ ਲਈ ਰੋਕਣ ਦਾ ਫੈਸਲਾ ਕੀਤਾ ਅਤੇ ਇੱਕ ਫੈਸਲਾ ਕੀਤਾ ਕਿ ਜਿਹੜੇ ਮੁੱਖ ਕਾਰਪੋਰੇਟ ਘਰਾੜੇ ਨੇ, ਅਡਾਨੀ, ਅੰਬਾਨੀ ਜਾਂ ਹੋਰ, ਉਹਨਾਂ ਦੇ ਜਿੰਨੇ ਵੀ ਇੱਥੇ ਪ੍ਰੋਜੈਕਟ ਪੰਜਾਬ ਦੇ ਵਿੱਚ ਨੇ ਉਹਨਾਂ ਦਾ ਘਿਰਾਓ ਕਰਨਾ ਜਾਂ ਉਹਨਾਂ ਦਾ ਬਾਈਕਾਟ ਕਰਨਾ ਜਾਂ ਉਹਦੇ ਨਾਲ ਸੰਬੰਧ ਨਾ ਰੱਖਣਾ, ਇਹ ਐਲਾਨ ਕੀਤਾ ਹੋਇਆ। ਦੂਜਾ, ਕਿਸਾਨ ਜਥੇਬੰਦੀਆਂ ਦੀ ਮੰਗ ਦੇ ਉੱਤੇ ਹੀ ਮੁੱਖ ਮੰਤਰੀ ਨੇ ਇਹ ਕਿਹਾ ਕਿ ਅਸੀਂ ਸੈਸ਼ਨ ਸੱਦ ਲੈਂਦੇ ਹਾਂ 1 ਹਫ਼ਤੇ ਦੇ ਅੰਦਰ ਜਿਹੜਾ ਕਿਹਾ ਗਿਆ ਹੈ। ਅਤੇ ਪਹਿਲਾਂ ਵੀ ਵਿਧਾਨ ਸਭਾ ਨੇ ਇੱਕ ਮਤਾ ਪਾਇਆ ਹੈ। ਪਹਿਲਾਂ ਇੱਕ ਮਤਾ ਇਹ ਪਾਇਆ ਸੀਗਾ ਕਿ ਜਿਹੜੇ ਆਰਡੀਨੈਂਸ ਸਰਕਾਰ ਨੇ ਲਿਆਂਦੇ ਨੇ ਔਰ ਉਹ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਨਾ ਲਿਆਂਦੇ ਜਾਣ ਕਾਨੂੰਨ ਬਣਾਉਣ ਦੇ ਵਾਸਤੇ, ਕਿਉਂਕਿ ਕਿਸਾਨ ਅਤੇ ਸਟੇਟ ਉਹਦੇ ਵਿਰੋਧੀ ਨੇ। ਪਰ ਹੁਣ ਉਹ ਕਾਨੂੰਨ ਵੀ ਬਣ ਗਏ ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਵਿਧਾਨ ਸਭਾ ਇੱਕ ਹੋਰ ਮਤਾ ਪਾਵੇ, ਵਿਧਾਨ ਸਭਾ ਇਹ ਮਤਾ ਪਾਵੇ ਕਿ ਅਸਲ ਦੇ ਵਿੱਚ ਹੁਣ ਅਸੀਂ ਆਪਣੇ ਸੂਬੇ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰਾਂਗੇ। ਇਹ ਮਤਾ ਪੈਣਾ ਆਪਣੇ ਆਪ 'ਚ ਇੱਕ ਇੰਨਾ ਕੁ ਮਾਅਨੇ ਰੱਖਦਾ ਹੈ ਕਿ ਮੁੜ ਕੇ ਇੱਕ ਦਾਅਵੇਦਾਰੀ ਸੂਬਾ ਸਰਕਾਰ ਇਹ ਕਰ ਰਹੀ ਹੈ ਕਿ ਤੁਸੀਂ ਸਾਡੇ ਹੱਕਾਂ 'ਤੇ ਛਾਪਾ ਮਾਰ ਰਹੇ ਹੋ, ਅਸੀਂ ਇਹਨਾਂ ਨੂੰ ਨਹੀਂ ਕਰਾਂਗੇ। ਪਰ ਇਹਦਾ ਕਾਨੂੰਨੀ ਕੋਈ ਵੈਲਿਊ ਜਾਂ ਕੀਮਤ ਕਾਨੂੰਨੀ ਤੌਰ 'ਤੇ ਕੋਈ ਨਹੀਂ ਹੋਏਗੀ ਇਸ ਮਤੇ ਦੀ, ਜਿਵੇਂ ਮਤੇ ਦੀ ਪਹਿਲਾਂ ਵੀ ਕਹਿੰਦੇ ਆ। ਇਹ ਇੱਕ ਜਨਤਕ ਆਵਾਜ਼ ਦੇ ਨਾਲ ਵਜ਼ਨ ਵਧਾਉਣ ਵਾਲਾ ਹੀ ਹੋਏਗਾ। ਜਿਵੇਂ ਗ੍ਰਾਮ ਸਭਾਵਾਂ ਦੇ ਮਤੇ ਨੇ, ਉਹ ਵੀ ਇੱਕ ਜਨਤਕ ਦਬਾਅ ਬਣਾਉਣ ਦਾ ਅਤੇ ਇੱਕ ਇਹ ਗੱਲ ਕਹਿਣ ਦਾ ਕਦੇ ਕੋਰਟ ਦੇ ਵਿੱਚ ਕਿ ਦੇਖੋ ਇੰਨੇ ਲੋਕ ਜਾਂ ਇਹ ਸੰਵਿਧਾਨਕ ਸੰਸਥਾਵਾਂ ਇਹਨੂੰ ਪ੍ਰਵਾਨ ਨਹੀਂ ਕਰਦੀਆਂ। ਪਰ ਦੂਜੀ ਗੱਲ ਇਹ ਹੈ ਕਿ ਇੱਕ ਹੋਰ ਵਿਚਾਰ ਵੀ ਆ ਰਿਹਾ, ਜਿਹੜਾ ਕਾਂਗਰਸ ਪ੍ਰਧਾਨ ਨੇ ਆਪਣੇ ਜਿਹੜੇ ਕਾਂਗਰਸ ਸ਼ਾਸਤ ਸੂਬੇ ਨੇ ਉਹਨਾਂ ਨੂੰ ਦਿੱਤਾ ਹੈ। ਉਹਦੇ 'ਚ ਇਹ ਦਿੱਤਾ ਕਿ ਤੁਸੀਂ 254 ਆਰਟੀਕਲ ਜਿਹੜਾ ਸੰਵਿਧਾਨ ਦਾ, ਉਹਦੀ ਵਰਤੋਂ ਕਰਕੇ ਤੁਸੀਂ ਕਾਨੂੰਨ ਬਣਾਓ, ਕਿਉਂਕਿ ਉਹ ਸੂਬੇ ਦੇ ਵਿਸ਼ੇ ਦੇ ਵਿੱਚ ਆਉਂਦਾ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ, ਇਹਨਾਂ ਦਾ ਤੋੜ ਲੱਭੋ। ਪਰ ਕਿਹਾ ਜਾਂਦਾ, ਮਹਾਰਾਜ ਦੀ ਇਹ ਰਾਏ ਹੈ ਕਿ ਉਹ ਵੀ ਜ਼ਿਆਦਾ ਕੰਮ ਨਹੀਂ ਕਰਨਗੇ ਇਸ ਤਰੀਕੇ ਦੇ ਨਾਲ, ਕਿਉਂਕਿ ਉਹਦੇ ਵਿੱਚ ਇਹ ਹੈ ਕਿ ਜੇ ਸੂਬਾ ਸਰਕਾਰ ਬਣਾ ਵੀ ਦੇਵੇ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ। ਔਰ ਕਈ ਹੋਰ ਮਾਮਲਿਆਂ 'ਚ ਹੋ ਵੀ ਜਾਂਦਾ, ਜਿਹੜੇ ਸਾਂਝੀ ਸੂਚੀ ਦੇ ਵਿਸ਼ੇ ਵੀ ਨੇ, ਉਹਨਾਂ 'ਤੇ ਸੂਬੇ ਵੀ ਕੋਈ ਤਰਮੀਮ ਕਰਨਾ ਚਾਹਣ ਕਰ ਲੈਂਦੇ ਨੇ। ਜਿਵੇਂ ਲਾ ਐਂਡ ਆਰਡਰ ਦੇ ਮਾਮਲੇ 'ਚ CRPC ਦੇ ਵਿੱਚ ਕੁਝ ਸੋਧਾਂ ਸਟੇਟ ਵਾਈਜ਼ ਹੁੰਦੀਆਂ ਨੇ, ਉਹ ਕਿਉਂਕਿ ਸੈਂਟਰ ਦਾ ਉਹਦੇ 'ਚ ਕੋਈ ਦਖਲ ਨਹੀਂ ਹੁੰਦਾ, ਉਹਨੇ ਉਹਦੀ ਕੰਸੈਂਟ ਨਾਲ ਰਾਸ਼ਟਰਪਤੀ ਮਨਜ਼ੂਰੀ ਦੇ ਦਿੰਦੇ ਨੇ। ਪਰ ਇਹਦੇ 'ਚ ਸੈਂਟਰ ਰੋਜ਼ ਸਿੱਧੀ ਖੜੀ ਹੈ, ਜਿੱਥੇ ਪ੍ਰਧਾਨ ਮੰਤਰੀ, ਉਹਨਾਂ ਦੇ BJP ਦੇ ਆਗੂ ਇੱਕ ਪੈਰਲਲ ਜਿਵੇਂ ਸੰਘਰਸ਼ ਚਲਾ ਰਹੇ ਹੁੰਦੇ ਨੇ ਕਿਸਾਨਾਂ ਦੇ, ਉਸ ਕਿਸਮ ਦੀ ਗੱਲ ਕਰ ਰਹੇ ਨੇ। ਇਸ ਲਈ ਰਾਸ਼ਟਰਪਤੀ ਤੋਂ ਸਟੇਟ ਦੇ ਲਾਅ ਨੂੰ, ਕਾਨੂੰਨ ਨੂੰ ਮਨਜ਼ੂਰੀ ਮਿਲਣਾ ਇਹ ਕੋਈ ਸੰਭਵ ਨਹੀਂ ਲੱਗਦਾ। ਤੀਜੀ ਗੱਲ ਇਹੀ ਹੈ ਕਿ ਸੁਪਰੀਮ ਕੋਰਟ ਜਾਣ ਦੀ, ਸੁਪਰੀਮ ਕੋਰਟ ਦੀ ਇੱਕ ਆਪਸ਼ਨ ਬਚੀ ਹੈ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ, ਬਾਕੀ ਦੇ ਕੁਝ ਮਾਹਰ ਵੀ ਕਹਿ ਰਹੇ ਨੇ ਕਿ ਇਸ ਪਾਸੇ ਵੱਲ ਚੱਲਿਆ ਜਾਏ। ਔਰ ਇਹਦੇ 'ਚ ਸਭ ਤੋਂ ਬੜਾ ਸਵਾਲ ਇਹੀ ਹੈ ਕਿ ਕੀ ਸੁਪਰੀਮ ਕੋਰਟ ਦੇ ਵਿੱਚ ਕੁਝ ਹੋ ਪਾਊਗਾ ਜਾਂ ਨਹੀਂ, ਔਰ ਕਿਸ ਆਧਾਰ 'ਤੇ ਉਹ ਜਾ ਪਾਉਣਗੇ। ਜਿਹੜੇ ਇਸ ਸਾਡੇ ਦੇਸ਼ ਦਾ ਸੰਵਿਧਾਨਕ ਮਾਹਰ ਨੇ ਕਾਫੀ ਵੱਡੇ, ਜਿਹੜੇ ਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਫੈਜ਼ਾਨ ਮੁਸਤਫਾ, ਉਹਨਾਂ ਦਾ ਇੱਕ ਬੜਾ ਕਲੀਅਰ ਕੱਟ ਵਿਚਾਰ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਕਿ ਖੇਤੀ ਦੇ ਬਾਰੇ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ 15 ਜਗ੍ਹਾ 'ਤੇ ਗੱਲ ਕੀਤੀ ਗਈ ਹੈ, 15 ਥਾਵਾਂ 'ਤੇ। ਉਹਨਾਂ 15 ਥਾਵਾਂ ਦੇ ਵਿੱਚੋਂ 8 ਥਾਵਾਂ ਰਾਜ ਸੂਚੀ ਦੇ ਵਿੱਚ ਨੇ, 4 ਥਾਵਾਂ ਕੇਂਦਰੀ ਸੂਚੀ ਦੇ ਵਿੱਚ ਨੇ ਅਤੇ 3 ਥਾਵਾਂ ਸਾਂਝੀ ਸੂਚੀ ਦੇ ਵਿੱਚ ਨੇ। ਪਰ ਉਹਨਾਂ ਦੇ ਵਿੱਚੋਂ ਵੀ ਜਿਹੜਾ ਖੇਤੀ ਦਾ ਮਾਮਲਾ ਹੈ, ਇਹਦੇ 'ਤੇ ਪੂਰਾ ਕੰਟਰੋਲ ਰਾਜਾਂ ਦਾ ਹੈ, ਕੇਂਦਰ ਦਾ ਨਹੀਂ ਹੈ। ਉਹ ਕਿਵੇਂ ਹੈ ਕਿ ਕੰਟਰੋਲ, ਕਹਿੰਦੇ ਕਿ ਕੇਂਦਰ ਦੇ ਦਾਇਰੇ ਦੇ ਵਿੱਚ ਜਿਹੜੀ ਚੀਜ਼ ਕੇਵਲ ਆਉਂਦੀ ਹੈ ਉਹ ਵਣਜ ਵਪਾਰ ਖੇਤੀ ਨਾਲ ਜੁੜਿਆ ਹੋਇਆ ਹੁੰਦਾ ਹੈ।
ਖੇਤੀ ਉਹ ਕਹਿੰਦੇ ਨੇ ਕਿ ਖੇਤੀ ਵਣਜ ਜਾਂ ਵਪਾਰ ਨਹੀਂ ਹੈ। ਖੇਤੀ ਇੱਕ ਕਿੱਤਾ ਹੈ, ਜਿਵੇਂ ਸਿੱਖਿਆ ਇੱਕ ਕਿੱਤਾ ਹੈ, ਵਿੱਦਿਆ ਦਾ ਇੱਕ ਖੇਤਰ ਹੈ, ਸਿਹਤ ਦਾ ਇੱਕ ਖੇਤਰ ਹੈ, ਇਹ ਇੱਕ ਪ੍ਰੋਫੈਸ਼ਨ ਹੈ। ਔਰ ਇਸ ਪ੍ਰੋਫੈਸ਼ਨ ਨੂੰ ਤੁਸੀਂ ਵਣਜ ਤੇ ਵਪਾਰ ਦੇ ਦਾਇਰੇ 'ਚ ਲਿਆ ਕੇ ਦੂਜੇ ਦੇ ਹੱਕ ਨਹੀਂ ਖੋ ਸਕਦੇ। ਜੇ ਤੁਸੀਂ ਖੇਤੀ ਦੀ ਪਰਿਭਾਸ਼ਾ ਇਹ ਬਣਾਤੀ ਕਿ ਇਹ ਵਣਜ ਅਤੇ ਵਪਾਰ ਵੀ ਹੈ, ਫਿਰ ਰਾਜਾਂ ਨੂੰ ਮਿਲੇ ਜਿਹੜੇ ਬਾਕੀ ਦੇ ਐਂਟਰੀਆਂ ਨੇ, ਬਾਕੀ ਦੇ ਅਧਿਕਾਰ ਨੇ, ਉਹਨਾਂ ਦੀ ਵੀ ਕੋਈ ਵੈਲਿਊ ਨਹੀਂ ਬਚੂਗੀ। ਫਿਰ 100% ਦੀ ਸੈਂਟਰਲਾਈਜੇਸ਼ਨ ਹੋ ਜਾਏਗੀ। ਇਹ ਉਹਨਾਂ ਦਾ ਇਹ ਇੱਕ ਤਰਕ ਹੈ ਕਿ ਇਸ ਗੱਲ ਨੂੰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਜਾ ਸਕਦਾ। ਪਰ ਨਾਲ ਉਹ ਇੱਕ ਹੋਰ ਦਲੀਲ ਵੀ ਦੇ ਰਹੇ ਨੇ, ਜਿਹੋ ਜਿਹਾ ਮੌਜੂਦਾ ਸੁਪਰੀਮ ਕੋਰਟ ਦਾ ਢਾਂਚਾ ਹੈ ਉਹਦੇ ਵਿੱਚ ਅਜੇ ਤੱਕ ਹੁਣ ਸਟੇ ਨਹੀਂ ਮਿਲ ਰਹੀ ਪਾਰਲੀਮੈਂਟ ਦੇ ਕਾਨੂੰਨ ਨੂੰ। ਨਾ ਨਾਗਰਿਕ ਸੋਧ ਬਿੱਲ ਨੂੰ ਮਿਲੀ, ਜਿਹੜਾ ਕਿ ਉਦੋਂ ਹੀ ਚੈਲੰਜ ਹੋ ਚੁੱਕਿਆ, ਨਾ ਜਿਹੜੇ ਮਤਲਬ UAPA ਜਿਹੜਾ ਗੈਰ ਕਾਨੂੰਨੀ ਸਰਗਰਮੀਆਂ ਨੇ ਜਿਹੜੀਆਂ ਉਹਨੂੰ ਰੋਕਣ ਵਾਲਾ ਜਿਹੜਾ ਕਾਨੂੰਨ ਬਣਾਇਆ ਹੋਇਆ ਉਹਦੇ ਤੇ ਵੀ ਲੋਕ ਸੁਪਰੀਮ ਕੋਰਟ ਗਏ ਹੋਏ ਨੇ ਤੇ ਉਹਦੇ ਤੇ ਸਟੇ ਅਜੇ ਤੱਕ ਨਹੀਂ ਮਿਲੀ। ਇਸ ਲਈ ਇਹਦੇ ਤੇ ਵੀ ਉਹਨਾਂ ਦਾ ਖਦਸ਼ਾ ਹੈ ਕਿ ਸਟੇ ਦੀ ਸੰਭਾਵਨਾ ਘੱਟ ਹੈ ਤੇ ਜੋ ਲੰਮਾ ਚੱਲੂਗਾ, ਮਤਲਬ ਜਿਹੋ ਜਿਹਾ ਵੀ ਮਾਹੌਲ ਹੈ। ਜੇ ਉਸ ਪਾਸੇ ਇਸ ਤਰ੍ਹਾਂ ਦਾ ਲੰਮਾ, ਇਹ ਨਹੀਂ ਕਿ ਇਹਦਾ ਮਤਲਬ ਕਿ ਉਹ ਲੜਾਈ ਨਾ ਲੜੀ ਜਾਵੇ, ਪਰ ਉਹ ਇਹ ਸੰਕੇਤ ਜ਼ਰੂਰ ਕਰਦੇ ਨੇ, ਉਹਨਾਂ ਦੀ ਇੱਕ ਆਪਣੀ ਜਿਹੜੀ ਐਡਵਾਈਸ ਹੈ ਜਾਂ ਸਲਾਹ ਹੈ ਤਾਂ ਅਸਰ ਨਹੀਂ ਹੈ। ਇਹ ਵੀ ਗੱਲਾਂ ਨੂੰ, ਟੈਕਨੀਕਲ ਗੱਲਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਹਮੀਰ ਜੀ, ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਉਹਨੂੰ ਸੂਬੇ ਭਰ 'ਚ ਹਰ ਤਬਕੇ ਨੇ ਜਿਹੜਾ ਹੈਗਾ ਹਮਾਇਤ ਕੀਤੀ ਹੈ। ਉੱਥੇ ਹੀ ਜਿਹੜਾ ਹੈਗਾ ਪੰਜਾਬ ਦੇ ਪੰਜਾਬੀ ਕਲਾਕਾਰਾਂ ਤੇ ਗਾਇਕਾਂ ਦੇ ਵੱਲੋਂ ਕੀਤਾ ਗਿਆ, ਉਹ ਇਕੱਠ ਹੋ ਗਿਆ, ਉੱਥੇ ਕਈ ਗੱਲਾਂ ਬਾਤਾਂ ਹੋਈਆਂ। ਉਸ ਤੋਂ ਬਾਅਦ ਫਿਰ ਬਟਾਲੇ ਦੇ ਵਿੱਚ ਇਕੱਠ ਕੀਤਾ ਉਸ ਮਾਮਲੇ ਤੇ। ਤਾਂ ਕਿਸਾਨ ਜਥੇਬੰਦੀਆਂ ਨੇ ਗਾਇਕਾਂ ਤੇ ਕਲਾਕਾਰਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਤੁਸੀਂ ਪੈਰਲਲ ਅੰਦੋਲਨ ਦੀ ਜਿਹੜਾ ਤਰੀਕਾਕਾਰ ਅਪਣਾ ਰਹੇ ਹੋ, ਇਹ ਤਰੀਕਾਕਾਰ ਨਹੀਂ ਹੈ। ਤੇ ਤਰੀਕਾਕਾਰ ਇਹ ਹੈ ਵੀ ਅੰਦੋਲਨ ਤਾਂ ਕਿਸਾਨ ਅੰਦੋਲਨ ਹੀ ਰਹੇਗਾ, ਪਰ ਉਹਦੇ ਨਾਲ ਸਹਿਯੋਗ ਤੁਸੀਂ ਕਿਵੇਂ ਕਰ ਸਕਦੇ ਹੋ, ਉਹ ਸਾਡੇ ਨਾਲ ਤਾਲਮੇਲ 'ਚੋਂ ਕਰੋ। ਤਾਲਮੇਲ ਉਸ ਲੈਵਲ ਦੀ ਕਮੇਟੀ ਦੀ ਮੀਟਿੰਗ ਨਹੀਂ, ਮਤਲਬ ਕੀ ਕਰਨਾ ਹੈ, ਬਣਾਉਣਾ ਹੈ ਪ੍ਰੋਗਰਾਮ ਤੇ ਅਮਲ ਕਿਹੜੇ ਢੰਗ ਤਰੀਕੇ ਨਾਲ ਕਰਨਾ ਹੈ, ਇਹਦੇ 'ਚ ਇਸ ਤਾਲਮੇਲ ਕਮੇਟੀ 'ਚ ਗਾਇਕ ਤੇ ਕਲਾਕਾਰ ਨਹੀਂ ਹੋਣਗੇ। ਇਹ ਕਿਸਾਨਾਂ ਦੀਆਂ 31 ਜਥੇਬੰਦੀਆਂ ਤੈਅ ਕਰਿਆ ਕਰਨਗੀਆਂ। ਉਹਨਾਂ ਦਾ ਸੁਨੇਹਾ ਉਹਨਾਂ ਤੱਕ ਪ੍ਰੋਪਰ ਪਹੁੰਚਾਉਣ ਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਹੈ। ਮਤਲਬ ਉਹਦੇ ਪਿੱਛੇ ਧਾਰਨਾ ਇਹ ਹੈ। ਔਰ ਉਹ ਗੱਲ ਵੀ ਇੱਕ ਠੀਕ ਹੁੰਦੀ ਹੈ ਕਿ ਜਿਹੜੀਆਂ ਧਿਰਾਂ ਮੇਨ ਲੜ ਰਹੀਆਂ ਹੁੰਦੀਆਂ ਨੇ, ਉਹ ਧਿਰਾਂ ਫਿਰ ਜੇ ਬਹੁਤ ਧਿਰਾਂ ਆਪਣਾ ਕਰਨ ਲੱਗ ਜਾਣਗੀਆਂ ਤਾਂ ਉਹਦੇ ਨਾਲ ਜਿਹੜਾ ਉਲਝਣ ਜ਼ਿਆਦਾ ਪੈਦਾ ਹੁੰਦੀ ਹੈ, ਕਨਫਿਊਜ਼ਨ ਜ਼ਿਆਦਾ ਪੈਦਾ ਹੁੰਦਾ। ਮੈਨੂੰ ਲੱਗਦਾ ਕਿ ਕਲਾਕਾਰਾਂ ਤੇ ਗਾਇਕਾਂ ਨੇ ਵੀ ਕਿਸਾਨਾਂ ਦੀ ਇਹ ਗੱਲ ਮੰਨੀ ਹੈ ਕਿ ਅਸੀਂ ਤੁਹਾਡੇ ਸਪੋਰਟਰ ਹਾਂ। ਸਾਡਾ ਤਾਂ ਕਿੱਤਾ ਹੋਰ ਹੈ, ਕੱਲ੍ਹ ਨੂੰ ਅਸੀਂ ਫਿਰ ਗਾਇਕੀ ਵੱਲ ਜਾਂ ਕਲਾਕਾਰੀ ਵੱਲ ਜਾਵਾਂਗੇ। ਬੁਨਿਆਦ ਤੁਸੀਂ ਹੋ ਤੇ ਤੁਹਾਡੇ ਨਾਲ ਅਸੀਂ ਰਲ ਕੇ ਚੱਲਣ ਲਈ ਤਿਆਰ ਹਾਂ। ਔਰ ਜੇ ਇਹ ਗੱਲ ਹੋਰ ਅੱਗੇ ਸਮੂਹ ਤਰੀਕੇ ਦੇ ਨਾਲ, ਠੀਕ ਤਰੀਕੇ ਦੇ ਨਾਲ ਤਾਲਮੇਲ ਦੇ ਰੂਪ ਦੇ ਵਿੱਚ ਅੱਗੇ ਜਾਂਦੀ ਹੈ ਤਾਂ ਮੇਰਾ ਖਿਆਲ ਹੈ ਇਹ ਕਾਫੀ ਸਾਰਥਕ ਹੋਏਗੀ ਇਸ ਅੰਦੋਲਨ ਦੇ ਵਾਸਤੇ। ਹਮੀਰ ਜੀ, ਜੇਕਰ ਕਿਸਾਨੀ ਸੰਘਰਸ਼ ਨੂੰ ਲੈ ਕੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਅਸੀਂ ਖੇਤਰੀ ਪਾਰਟੀਆਂ ਨਾਲ ਜਿਹੜਾ ਹੈਗਾ ਸੰਪਰਕ ਕਰਕੇ ਇੱਕ ਫੈਡਰਲ ਫਰੰਟ ਬਣਾਵਾਂਗੇ। ਇਹ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਹਿਲ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ? ਇਹ ਗੱਲ ਤਾਂ ਬੜੇ ਲੰਮੇ ਸਮੇਂ ਤੋਂ ਹੀ ਚੱਲ ਰਹੀ ਹੈ, ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਇਸ ਦੇਸ਼ ਦੇ ਵਿੱਚ ਕੁਝ ਸਾਲ ਪਹਿਲਾਂ ਇਹ ਖੇਤਰੀ ਪਾਰਟੀਆਂ ਦਾ ਜਦੋਂ ਉਭਾਰ ਹੁੰਦਾ ਹੈ, ਜਦੋਂ ਕੋਈ ਵੀ ਇੱਕ ਨੈਸ਼ਨਲ ਪਾਰਟੀ ਸੱਤਾ 'ਚ ਨਹੀਂ ਆ ਸਕਦੀ, 30 ਸਾਲ ਤੱਕ ਨਹੀਂ ਆਈ, 30 ਸਾਲ ਸਾਂਝੀਆਂ ਸਰਕਾਰਾਂ ਕੇਂਦਰ 'ਚ ਬਣਦੀਆਂ ਰਹੀਆਂ ਤੇ ਇਹ ਕੇਵਲ 2014 ਤੋਂ ਬਦਲਿਆ ਕਿ ਇੱਕ ਪਾਰਟੀ ਮੁੜ ਕੇ ਸੱਤਾ 'ਚ ਆਉਣ ਲੱਗੀ ਪੂਰੀਆਂ ਸੀਟਾਂ ਉਹ ਲੈ ਕੇ। ਪਰ ਪਿਛਲੇ 30 ਸਾਲਾਂ ਦੇ ਵਿੱਚ ਵੀ ਇੱਕ ਬਖਰੇਵਾਂ ਇਹ ਰਿਹਾ ਕਿ ਜਿਹੜੀਆਂ ਖੇਤਰੀ ਪਾਰਟੀਆਂ ਸੀ ਉਹ ਆਪਣਾ ਖੇਤਰੀ ਖਾਸਾ ਕਾਇਮ ਨਹੀਂ ਰੱਖ ਸਕੀਆਂ। ਉਹ ਆਪਣੇ ਖੇਤਰੀ ਪ੍ਰਭਾਵ ਨੂੰ ਕੇਵਲ ਕੁਰਸੀ ਲੈਣ ਦੇ ਵਾਸਤੇ, ਕੁਝ ਕੇਂਦਰੀ ਸੱਤਾ 'ਚ ਹਿੱਸੇਦਾਰੀ ਦੇ ਵਾਸਤੇ ਉੱਥੇ ਤੱਕ ਸੀਮਤ ਹੋ ਗਈਆਂ। ਖੇਤਰੀ ਏਜੰਡਾ ਉਹਨਾਂ ਨੇ ਛੱਡਤਾ। ਇਸ ਕਰਕੇ ਫੈਡਰਲਿਜ਼ਮ ਨੂੰ ਬਹੁਤ ਬੜੀ ਸੱਟ ਵੱਜੀ ਹੈ। ਹੋਰ ਫੈਡਰਲ ਹੋਣ ਦੀ ਬਜਾਏ ਕੇਂਦਰੀਕ੍ਰਿਤ ਹੋ ਗਿਆ ਢਾਂਚਾ ਸਾਡਾ ਇਸ ਪਾਸੇ ਵੱਲ। ਹੁਣ ਸਮਾਂ ਇਹ ਮੰਗ ਕਰਦਾ ਬਾਰ-ਬਾਰ, GST ਤੋਂ ਸਾਰੇ ਸੂਬੇ ਤੰਗ ਨੇ। ਕਦੇ ਪੱਛਮੀ ਬੰਗਾਲ ਬੋਲਦਾ, ਕਦੇ ਕਿਸੇ ਹੋਰ ਭਾਸ਼ਾ ਦੇ ਮੁੱਦੇ ਤੇ DMK ਤਾਮਿਲਨਾਡੂ ਦੇ ਵਿੱਚ ਬੋਲਦਾ, ਕਦੇ ਕੋਈ ਉਧਵ ਠਾਕਰੇ ਬੋਲਦਾ, ਕਦੇ ਕਾਂਗਰਸ ਰੂਲਡ ਸਟੇਟਸ ਬੋਲਦੀਆਂ ਨੇ। ਡਿਫਰੈਂਟ ਟਾਈਪ ਦੇ ਬਹੁਤ ਲੋਕ ਨੇ ਇਹੋ ਜਿਹੇ ਜਿਹੜੇ ਇਸ ਸਿਆਸਤ ਦੇ ਵਿੱਚ ਇਕਜੁੱਟ ਹੋਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜੇ ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ ਨੇ। ਔਰ ਮੈਨੂੰ ਲੱਗਦਾ ਕਿ ਜੇ ਦਿਆਨਤਦਾਰੀ ਦੇ ਨਾਲ ਮਤਲਬ ਸਾਡੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਇਕੱਠੀਆਂ ਹੋ ਕੇ ਇੱਕ ਫੈਡਰਲ ਫਰੰਟ ਦੇ ਵੱਲ ਅੱਗੇ ਵਧਣ, ਫੈਡਰਲਿਜ਼ਮ ਦੇ ਮੁੱਦੇ ਤੇ ਚੱਲਣ, ਤਾਂ ਇਹ ਪੂਰੇ ਹਿੰਦੁਸਤਾਨ 'ਚ ਵੀ ਇੱਕ ਬਿਹਤਰ ਰੋਲ ਅਦਾ ਕਰ ਸਕਦੇ ਨੇ ਤੇ ਕਾਊਂਟਰ ਵੀ ਕਰ ਸਕਦੇ ਨੇ ਸੂਬਾ ਕੇਂਦਰ ਸਰਕਾਰ ਨੂੰ। ਜਿਹੜਾ ਉਹ ਥਾਟ ਹੈ, ਜਿਹੜੀ ਉਹ ਸੋਚ ਹੈ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟਾਈਪ ਦੀ ਖੇਤੀ, ਇੱਕ ਦੇਸ਼ ਤੇ ਇੱਕੋ ਟਾਈਪ ਦੇ ਬਿੱਲ ਜਿੰਨੇ ਵੀ ਆ ਰਹੇ ਨੇ,
ਤੇ ਇੱਕ ਦੇਸ਼ ਇੱਕ ਇਲੈਕਸ਼ਨ ਹੋਏਗੀ, ਇਹ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਕੀਤਾ ਜਾ ਸਕਦਾ ਹੈ। ਔਰ ਇਹਦੇ ਤੋਂ ਬਿਨਾਂ ਕਾਊਂਟਰ ਨਹੀਂ ਹੋਣਾ। ਲੜਾਈ ਤਾਂ ਸਿਆਸਤ ਦੇ ਮੈਦਾਨ 'ਚ ਹੋਣੀ ਹੈ ਅਸਲ ਦੇ ਵਿੱਚ, ਕਿਉਂਕਿ ਸਿਆਸਤ ਹੀ ਜਿਹੜੇ ਵੀ ਬੰਦੇ ਪਾਰਲੀਮੈਂਟ 'ਚ ਜਾਂਦੇ ਨੇ ਬਿੱਲ ਉਹੀ ਬਣਾਉਂਦੇ ਨੇ, ਜਿਹੜੇ ਬੰਦੇ ਵਿਧਾਨ ਸਭਾ ਜਾਂਦੇ ਨੇ ਬਿੱਲ ਉਹੀ ਬਣਾਉਂਦੇ ਨੇ। ਹਜੇ ਸਾਡਾ ਢਾਂਚਾ ਇਹੋ ਜਿਹਾ ਹੀ ਹੈ। ਪਰ ਇਹ ਤੋਂ ਪਹਿਲਾਂ ਆ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਏਗਾ, ਇਹਦੇ 'ਚ ਟੈਸਟ ਹੈ ਸਿਆਸਤਦਾਨ ਦਾ ਪੰਜਾਬ ਦੇ ਦਾ, ਕਿ ਕੀ ਉਹ ਇੱਕ ਦੂਜੇ ਦੀ ਕਮੀਜ਼ ਖਿੱਚਣ ਤੇ ਹੀ ਹਜੇ ਤੱਕ ਲੱਗੇ ਰਹਿਣਗੇ, ਜਾਂ ਉਹ ਆਪਣੀ ਉਸ ਬਹੁਤ ਸੌੜੀ ਛੋਟੀ ਸੋਚ ਤੋਂ ਉੱਪਰ ਉੱਠ ਕੇ ਪੰਜਾਬ ਦੀ ਹੋਂਦ ਦੇ ਵਾਸਤੇ ਇਕਜੁੱਟ ਹੋ ਕੇ ਇੱਕ ਆਵਾਜ਼ ਦੇਣਗੇ ਫੈਡਰਲਿਜ਼ਮ ਦੀ ਦੇਸ਼ ਦੇ ਵਿੱਚ, ਉਸ ਪਾਸੇ ਵੱਲ ਚੱਲਣਗੇ, ਜਾਂ ਆਪਸ ਦੇ ਵਿੱਚ ਲੜਾਈ 2022 ਚ ਕੌਣ ਜਿੱਤੇ, ਮੈਂ ਜਿੱਤਾਂ ਉਹ ਜਿੱਤੇ, ਇੱਥੇ ਤੱਕ ਰਹਿਣਗੇ। ਇਹ ਟੈਸਟ ਪਹਿਲਾਂ ਪਾਸ ਕਰਨਾ ਪਊਗਾ। ਜਦੋਂ ਇਹ ਟੈਸਟ ਪਾਸ ਹੋ ਗਿਆ, ਫਿਰ ਬਤੌਰ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹ ਉਹਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵੀ ਬੁਲਾ ਸਕਦੇ ਨੇ, ਔਰ ਬੁਲਾਉਣੀ ਚਾਹੀਦੀ ਹੈ ਜਿਹੜੇ ਕੇਂਦਰੀਕਰਨ ਦੇ ਖਿਲਾਫ ਨੇ। ਤੇ ਇਸੇ ਤਰ੍ਹਾਂ ਪੋਲੀਟੀਕਲੀ ਵੀ ਅਕਾਲੀ ਦਲ ਵੀ ਵਿੱਚ ਹੋਵੇ, ਆਪ ਵੀ ਵਿੱਚ ਹੋਵੇ, ਕਾਂਗਰਸ ਹੋਵੇ, ਜਿਹੜੀਆਂ ਵੀ ਮੇਨ ਸਟ੍ਰੀਮ ਪਾਰਟੀਆਂ ਜਾਂ ਬਾਕੀ ਵੀ ਹੋਣ, ਜੇ ਉਹ ਵੀ ਸਾਰੇ ਇੱਕ ਸਾਂਝੀ ਆਲ ਪਾਰਟੀ ਮੀਟਿੰਗ ਸੱਦ ਸਕਦੇ ਨੇ ਦੇਸ਼ ਲੈਵਲ ਤੇ। ਔਰ ਦੇਸ਼ ਲੈਵਲ ਤੇ ਇੱਕ ਮੀਟਿੰਗ ਸੱਦ ਕੇ ਪੰਜਾਬ ਵੱਲੋਂ ਜਦੋਂ ਸਾਂਝੀ ਆਵਾਜ਼ ਜਾਏਗੀ ਕਿ ਅਸੀਂ ਇਹਦੇ ਤੇ ਖੜੇ ਹਾਂ, ਤਾਂ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਗਰੁੱਪ, ਇੱਕ ਦਬਾਅ ਸਮੂਹ ਤੇ ਪ੍ਰੈਸ਼ਰ ਬਣੇਗਾ। ਇਹ ਇੱਕ ਬੜਾ ਵੱਡਾ ਵਿਆਪਕ ਢੰਗ ਹੋਏਗਾ। ਪਰ ਪਹਿਲਾਂ ਆਪਣਾ ਹਿਰਦਾ ਵੀ ਸੁੱਧ ਕਰਨਾ ਪਊਗਾ, ਤੇ ਉਸ ਤੋਂ ਅੱਗੇ ਜਾ ਕੇ ਆਪਣਾ ਨਿਸ਼ਾਨਾ, ਆਪਣਾ ਏਮ ਵੀ ਸਪਸ਼ਟ ਕਰਨਾ ਪਏਗਾ ਪੰਜਾਬ ਦੇ ਲੋਕਾਂ ਤੇ ਦੇਸ਼ ਦੇ ਲੋਕਾਂ ਦੇ ਸਾਹਮਣੇ। ਹਮੀਰ ਜੀ, ਜੇ ਹੁਣ ਗੱਲ ਕਰੀਏ ਕਿਸਾਨਾਂ ਵੱਲੋਂ 4 ਮਹੀਨੇ ਪਹਿਲਾਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀ, ਉਸ ਦਾ ਜਿਹੜੇ ਬਾਵਜੂਦ ਕੇਂਦਰ ਸਰਕਾਰ ਨੇ ਕਾਨੂੰਨ ਤਾਂ ਬਣਾ ਲਏ ਨੇ, ਪਰ ਕਿਸਾਨਾਂ ਨੇ ਹਾਰ ਨਾ ਮੰਨਦੇ ਹੋਏ ਪੰਜਾਬ ਤੋਂ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ, ਦੇਸ਼ ਭਰ ਦੇ ਵਿੱਚ ਫੈਲ ਚੁੱਕਿਆ ਹੈ। ਅੱਜ ਇਹ ਕਿਸਾਨੀ ਸੰਘਰਸ਼ ਕਿਸ ਪੜਾਅ 'ਤੇ ਖੜਾ ਹੈਗਾ, ਅਸੀਂ ਜਾਣਨਾ ਚਾਹਾਂਗੇ। ਕਿਸਾਨੀ ਸੰਘਰਸ਼ ਉਸ ਪੜਾਅ 'ਤੇ ਹੈ, ਆਪਣੇ ਪੜਾਅ 'ਤੇ ਹਜੇ, ਕਿ ਉਹ ਲਗਾਤਾਰ ਇੱਕ ਤਾਂ ਜਥੇਬੰਦੀਆਂ ਦੀ ਇਕਜੁੱਟਤਾ, ਇਹ ਚੰਗਾ ਇੱਕ ਤਰੀਕਾਕਾਰ ਹੈ, ਔਰ ਚੰਗਾ ਤਾਲਮੇਲ ਐਕਸ਼ਨ ਕਰਦੇ ਨੇ ਜਾਂ ਮਿਲ ਕੇ ਗੱਲ ਕਰਦੇ ਨੇ, ਇਹ ਇੱਕ ਚੰਗਾ ਹੈ। ਉਹਨੂੰ ਹੋਰ ਏਕਤਾ ਵੱਲ ਲਿਜਾਣਾ ਪਏਗਾ। ਪਰ ਦੂਜੀ ਨਾਲ ਦੀ ਨਾਲ ਅਜੇ ਜਥੇਬੰਦੀਆਂ ਦੇ ਵਿੱਚ ਕੁਝ ਇਹੋ ਜਿਹੇ ਬਖਰੇਵੇਂ ਨੇ ਜਿਨ੍ਹਾਂ ਨੂੰ ਛੋਟੇ ਨੂੰ ਠੀਕ ਕਰਨਾ ਪਏਗਾ। ਜਿਵੇਂ ਸਪੋਜ਼ ਕਰੋ ਫੈਡਰਲਿਜ਼ਮ ਦਾ ਕੁਐਸਚਨ ਵੀ ਹੈ, ਅਜੇ ਕਿਸਾਨ ਮੂਵਮੈਂਟ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਫੈਡਰਲਿਜ਼ਮ ਤੇ ਦਬਾਅ ਨਹੀਂ ਬਣਾ ਰਹੀਆਂ ਇਹਨਾਂ ਪਾਰਟੀਆਂ ਦੇ ਉੱਤੇ, ਔਰ ਅਜੇ ਉਹ ਕੇਵਲ ਐਮਐਸਪੀ ਤੇ ਜਾਂ ਉਹਦੇ ਤੇ ਖੜੀਆਂ ਨੇ। ਐਮਐਸਪੀ ਤੇ ਖੜਨਾ, ਐਮਐਸਪੀ ਲਈ ਕਾਨੂੰਨ ਬਣਵਾਉਣਾ, ਇੱਕ ਬੜੀ ਚੰਗਾ ਤੇ ਇੱਕ ਵਧੀਆ ਸਲੋਗਨ ਹੈ। ਪਰ ਕਿਉਂਕਿ ਫੈਸਲੇ ਅੱਗੇ ਜਾ ਕੇ ਸਿਆਸਤ ਨੇ ਹੀ ਲੈਣੇ ਹੁੰਦੇ ਨੇ, ਸਿਆਸਤ ਤੋਂ ਤੁਸੀਂ ਕਿਹੜਾ ਫੈਸਲਾ ਦਿਵਾਉਣਾ ਹੈ, ਉਹਦੇ ਲਈ ਤੁਹਾਡੀ ਕਲੈਰਿਟੀ ਵੀ ਬਹੁਤ ਜ਼ਰੂਰੀ ਹੈ। ਔਰ ਅਗਲੀ ਗੱਲ, ਜਿਹੜਾ ਕਿਸਾਨ ਅੰਦੋਲਨ ਨੇ ਇੱਕ ਨਵਾਂ ਫੈਸਲਾ ਕਰ ਲਿਆ ਕਿ ਅਸੀਂ ਅੰਬਾਨੀਆਂ, ਅਡਾਨੀਆਂ ਜਾਂ ਬਾਕੀ ਦੇ, ਕਿਉਂਕਿ ਸੰਘਰਸ਼ ਕਈ ਰੂਪ ਲੈਂਦਾ ਹੈ, ਕਈ ਉਤਰਾਵਾਂ ਚੜਾਵਾਂ 'ਚੋਂ ਚੱਲਦਾ, ਤੇ ਉਹ ਕਈ ਰੂਪ ਲੈਂਦਾ। ਇਹ ਰੂਪ ਅੱਜ ਦੇ ਨਹੀਂ ਹੈ, ਇਹ ਰੂਪ ਪਹਿਲਾਂ ਵੀ ਚੱਲਦੇ ਰਹੇ ਨੇ। ਪਹਿਲਾਂ ਰੂਪ ਕਦੇ ਮਤਲਬ ਮਹਾਤਮਾ ਗਾਂਧੀ ਵੀ ਕਦੇ ਅੰਗਰੇਜ਼ਾਂ ਦੇ ਉਹਦਾ ਬਾਈਕਾਟ ਕਰਨ ਦਾ ਸੱਦਾ ਦਿੰਦੇ ਰਹੇ, ਮਾਲ ਦਾ, ਜਿਹੜੇ ਵੀ ਮਾਲ ਨੇ। ਕਦੇ ਵੱਖ-ਵੱਖ ਮੂਵਮੈਂਟਾਂ, ਸਾਡੇ ਕੂਕਾ ਮੂਵਮੈਂਟ ਇਹਦੀ ਇੰਪੋਰਟੈਂਟ ਮੂਵਮੈਂਟ ਚੱਲੀ, ਔਰ ਜਿਹਨੇ ਸਾਰੀ ਕਾਸੇ ਦਾ ਵਿਕਲਪ ਪੇਸ਼ ਕੀਤਾ, ਅਲਟਰਨੇਟਿਵ ਦੀ ਗੱਲ ਕੀਤੀ ਕਿ ਅਸੀਂ ਇਸ ਲੈਵਲ ਦੀ ਗੱਲ ਕਰਦੇ ਹਾਂ। ਤੇ ਇਹਦੇ ਨਾਲ ਦੀ ਨਾਲ ਇੱਕ ਡਾਇਵਰਸੀਫਿਕੇਸ਼ਨ ਦਾ ਮੁੱਦਾ, ਜਿਹੜਾ ਫਸਲੀ ਵੰਨ-ਸੁਵੰਨਤਾ ਦੇ, ਕੱਲੀਆਂ ਕਣਕ ਝੋਨੇ ਦੀ ਮਤਲਬ ਖਰੀਦ ਔਰ ਖਰੀਦ ਦੀ ਗਰੰਟੀ ਬਚਾਉਣ ਤੱਕ ਸੀਮਤ ਨਹੀਂ ਗੱਲ ਉਦੋਂ ਅੱਗੇ ਵੀ ਹੈ ਕਿ ਬਾਕੀ ਫਸਲਾਂ ਦਾ ਮੁੱਲ ਕਿਉਂ ਕੇਂਦਰ ਸਰਕਾਰ ਉੱਤੇ ਖਰੀਦਣਾ ਸ਼ੁਰੂ ਨਹੀਂ ਕਰਦੀ, ਤੇ ਕਿਉਂ ਜੇ ਕੇਂਦਰ ਨੇ ਨਹੀਂ ਖਰੀਦਣਾ ਤਾਂ ਬਾਕੀ ਦੇ ਲੋਕ ਵੀ ਉਦੋਂ ਘੱਟ ਤੇ ਕਿਉਂ ਖਰੀਦ ਰਹੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ। ਇਹ ਮੁੱਦਾ ਵੀ ਉੱਡਾ ਹੀ ਵੱਡਾ ਮੁੱਦਾ ਹੈ, ਤੇ ਸੰਘਰਸ਼ ਦਾ ਜਿਹੜਾ ਉਸ ਰੂਪ ਦੇ ਵਿੱਚ ਨਾਲ ਰਲਾ ਕੇ ਕੈਰੀ ਕਰਨਾ ਚਾਹੀਦਾ, ਨਾਲ ਰੂਪ ਦੇ ਵਿੱਚ ਹੀ ਚੱਲਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਇਸ ਸੰਘਰਸ਼ ਦੇ ਵਿੱਚ ਜਿਵੇਂ ਨੌਜਵਾਨ ਆਏ ਨੇ ਪਹਿਲੀ ਵਾਰ ਐਡੀ ਵੱਡੀ ਪੱਧਰ ਤੇ, ਔਰਤਾਂ ਆਈਆਂ ਨੇ ਐਡੀ ਵੱਡੀ ਪੱਧਰ ਤੇ, ਈਵਨ ਜਿਹੜੇ ਰਿਟਾਇਰਡ ਅਫਸਰ ਨੇ ਅੱਜ ਕੱਲ੍ਹ ਉਹ ਵੀ ਬਿਆਨ ਦੇਣ ਲੱਗੇ ਨੇ ਬੜੀ ਵੱਡੀ ਪੱਧਰ ਤੇ ਵੀ ਅਸੀਂ ਵੀ ਉਹਦੇ ਨਾਲ ਆ, ਔਰ ਵੱਖ-ਵੱਖ ਟਾਈਪ ਦੇ ਬੁੱਧੀਜੀਵੀ ਲਿਖਣ ਲੱਗੇ ਨੇ, ਬੋਲਣ ਲੱਗੇ ਨੇ। ਇਹ ਇੱਕ ਲੱਗ ਰਿਹਾ ਕਿ ਇੱਕ ਮਤਲਬ ਇਹੋ ਜਿਹੇ ਪਾਸੇ ਜਾ ਰਿਹਾ, ਜਦੋਂ ਛਾਨਣੀ ਲੱਗਦੀ ਹੈ ਸੰਘਰਸ਼ ਦੀ, ਤਾਂ ਉਹਦੇ 'ਚੋਂ ਕਈ ਵਾਰ ਨਵੀਂ ਤੇ ਬਿਹਤਰ ਤੇ ਭਵਿੱਖਮੁਖੀ ਆਗੂ ਟੀਮ ਵੀ ਵਿਕਸਿਤ ਹੋ ਜਾਂਦੀ ਹੈ, ਜਿਹਦਾ ਪੰਜਾਬ ਨੂੰ ਬੜੀ ਲੰਮੇ ਸਮੇਂ ਤੋਂ ਤਲਾਸ਼ ਵੀ ਹੈ, ਕਿਉਂਕਿ ਪੰਜਾਬ 'ਚ ਨਵੀਂ ਤੇ ਸੁਹਿਰਦ ਲੀਡਰਸ਼ਿਪ ਆਏ, ਪਰ ਜਿਹਦੇ ਕੋਲ ਪੰਜਾਬ ਵਾਸਤੇ ਇੱਕ ਪੁਖਤਾ ਤੇ ਠੋਸ ਏਜੰਡਾ ਹੋਵੇ। ਏਜੰਡਾ ਫੈਡਰਲਿਜ਼ਮ ਵੀ ਹੈ, ਏਜੰਡਾ ਗ੍ਰਾਮ ਸਭਾ ਦੀ ਇੰਪਾਵਰਮੈਂਟ ਵੀ ਹੈ, ਲੋਕਾਂ ਦੀ ਸ਼ਕਤੀ ਦਾ ਏਜੰਡਾ। ਜਿਹੜਾ ਕਰਤਾਰਪੁਰ ਸਾਹਿਬ ਲਾਂਘੇ 'ਚ ਲੋਕਾਂ ਨੇ ਦੇਖਿਆ ਕਿ ਇੱਕ ਲਾਂਘਾ ਖੁੱਲ੍ਹਣ ਦੇ ਨਾਲ ਬਾਵਜੂਦ ਦੋਨੋਂ ਸਰਕਾਰਾਂ ਦੇ ਐਡਾ ਟਕਰਾਅ ਦੇ ਕੇ ਉਹਨਾਂ 'ਚ ਗੱਲਬਾਤ ਵੀ ਨਹੀਂ ਸੀ ਚੱਲਦੀ, ਪਰ ਉਹ ਲਾਂਘਾ ਖੁੱਲ੍ਹ ਗਿਆ ਸੀ, ਤੇ ਉਹਨੇ ਨਵਜੋਤ ਸਿੱਧੂ ਵਰਗੇ ਜਾਂ ਬਾਕੀ ਇਹੋ ਜਿਹੇ ਬੰਦਿਆਂ ਨੂੰ ਕਿੰਨੀ ਜ਼ਿਆਦਾ ਪ੍ਰਸ਼ੰਸਾ ਦਵਾਈ, ਔਰ ਹੀਰੋ ਟਾਈਪ ਬਣਨ ਦੀ ਵੀ ਕੋਸ਼ਿਸ਼ ਕੀਤੀ। ਤਾਂ ਮਤਲਬ ਲੋਕਾਂ ਦੀ ਖਾਹਿਸ਼ ਕੀ ਹੈ? ਲੋਕਾਂ ਦੀ ਖਾਹਿਸ਼ ਗੁਆਂਢੀ ਦੇਸ਼ਾਂ ਨਾਲ ਵੀ ਲੜਾਈ ਦੀ ਨਹੀਂ ਹੈ। ਲੋਕਾਂ ਦੀ ਖਾਹਿਸ਼ ਆਪਣੇ
ਢੰਗ ਨਾਲ ਜੇਕਰ ਉਹ ਹੁੰਦਾ, ਜੇ ਬਾਰਡਰ ਖੁੱਲ੍ਹਦੇ ਨੇ ਤਾਂ ਬਾਰਡਰ ਖੁੱਲ੍ਹਦੇ ਨੇ ਤਾਂ ਪੰਜਾਬ ਦੇ ਖੇਤੀ ਵੀ ਖੜੀ ਹੋਏਗੀ, ਪੰਜਾਬ 'ਚ ਰੁਜ਼ਗਾਰ ਵੀ ਪੈਦਾ ਹੋਏਗਾ, ਔਰ ਪੰਜਾਬ ਦੇ ਲੋਕਾਂ ਦੇ ਲਈ ਘੱਟੋ ਘੱਟ ਦੋਨੋਂ ਪੰਜਾਬੀਅਤ ਦੀ ਜਿਹੜੀ 47 'ਚ ਵੱਡਾ ਟੁਕੀ ਹੋਈ ਹੈ, ਜਿਹਦਾ ਦਰੇਗ ਅੱਜ ਵੀ ਲਈ ਫਿਰਦੀਆਂ ਨੇ ਸਾਡੀਆਂ ਪੀੜ੍ਹੀਆਂ ਜਿਹੜੀਆਂ ਇੱਧਰ ਹਜੇ ਜਿਉਂਦੇ ਕਿੰਨੇ ਹੀ ਲੋਕ ਨੇ, ਅਜੇ ਤੱਕ ਇੰਨਾ ਲਿਟਰੇਚਰ ਉਹਦੇ 'ਤੇ ਲਿਖਿਆ ਜਾ ਚੁੱਕਿਆ, ਉਹ ਕਿਤੇ ਨਾ ਕਿਤੇ ਜਿਹੜਾ ਦਰਦ, ਜਿਹੜੇ ਜ਼ਖਮ ਨੇ ਉਹਨਾਂ 'ਤੇ ਵੀ ਮੱਲਮ ਲੱਗੇਗੀ। ਔਰ ਵੈਸੇ ਵੀ ਦੁਨੀਆ ਦੇ ਵਿੱਚ ਇਹੀ ਵਰਤਾਰਾ ਹੈ ਕਿ ਜੇ ਯੂਰਪ ਇਕੱਠਾ ਹੋ ਸਕਦਾ, ਯੂਰਪ ਸਾਂਝੇ ਤੌਰ 'ਤੇ ਕਰ ਸਕਦਾ, ਤਾਂ ਸਾਡੇ ਏਸ਼ੀਅਨ, ਸਾਊਥ ਏਸ਼ੀਅਨ ਦੇਸ਼ਾਂ ਨੂੰ ਵੀ ਉਸ ਪਾਸੇ ਵੱਲ ਤੁਰਨਾ ਪਏਗਾ। ਇਹ ਆਵਾਜ਼ ਪੰਜਾਬ ਦੀ ਸਿਆਸਤ 'ਚੋਂ ਜਾਣੀ ਚਾਹੀਦੀ ਹੈ। ਜੇ ਆਵਾਜ਼ ਪੰਜਾਬ ਦੀ ਸਿਆਸਤ 'ਚੋਂ ਜਾਏਗੀ ਤਾਂ ਅੱਗੇ ਦਿੱਲੀ ਤੱਕ ਪਹੁੰਚੇਗੀ, ਅੱਗੇ ਹੋਰਾਂ ਲੋਕਾਂ ਨੂੰ ਵੀ ਇਹਦਾ ਫਾਇਦਾ ਹੋਏਗਾ, ਤਾਂ ਇਹ ਦੇਸ਼ ਦੀ ਆਵਾਜ਼ ਬਣੇਗੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।